ਦੋਸਤੋ, ਪਿਛਲੇ ਐਪੀਸੋਡ ਦੀ ਲੜੀ ਦੇ ਵਿੱਚ ਜਾਂ ਪਿਛਲੀ ਗੱਲਬਾਤ ਦੀ ਨਿਰੰਤਰਤਾ ਦੇ ਵਿੱਚ ਅਸੀਂ ਨਸ਼ਿਆਂ ਬਾਰੇ ਜੋ ਪ੍ਰੋਫੈਸਰ ਰਣਵਿੰਦਰ ਸਿੰਘ ਸੰਧੂ ਹੁਣਾਂ ਨਾਲ ਗੱਲਬਾਤ ਕਰ ਰਹੇ ਸੀ ਉਸ ਨੂੰ ਅੱਗੇ ਲਿਜਾ ਰਹੇ ਹਾਂ। ਨਸ਼ੇ ਅਸੀਂ ਸਾਰੇ ਜਾਣਦੇ ਹਾਂ ਵਿਸ਼ਵ ਭਰ ਦੇ ਵਿੱਚ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਇਸ ਬਾਰੇ ਸਮਾਜਿਕ ਪੱਧਰ 'ਤੇ ਸਰਕਾਰਾਂ ਬਹੁਤ ਸਾਰੇ ਉੱਦਮ ਕਰ ਰਹੀਆਂ ਹੈ, ਪਰੰਤੂ ਫਿਰ ਵੀ ਹਰ ਰੋਜ਼ ਅਸੀਂ ਦੇਖਦੇ ਹਾਂ ਕਿ ਇਹਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਜਿਨ੍ਹਾਂ ਬਾਰੇ ਇੱਕ ਤੋਂ ਵੱਧ ਕਿਸਮ ਦੇ ਵਿਚਾਰ ਹੈ ਜਿਹੜੇ ਉਹ ਸਾਨੂੰ ਸੁਣਨ ਨੂੰ ਮਿਲਦੇ ਹੈ। ਨਸ਼ਿਆਂ ਨੂੰ ਸਮੁੱਚੇ ਰੂਪ ਦੇ ਵਿੱਚ ਸਮਝਣ ਵਾਸਤੇ, ਇਸ ਬਾਰੇ ਸੰਪੂਰਨ ਜਾਣਕਾਰੀ ਲੈਣ ਵਾਸਤੇ ਅਸੀਂ ਪ੍ਰੋਫੈਸਰ ਰਣਵਿੰਦਰ ਸੰਧੂ ਹੁਣਾਂ ਨੂੰ ਰਿਕੁਐਸਟ ਕੀਤੀ, ਕਿਉਂਕਿ ਉਹਨਾਂ ਨੇ ਲੰਮਾ ਸਮਾਂ ਇਸ ਫੀਲਡ ਦੇ ਵਿੱਚ ਰਿਸਰਚ ਕੀਤੀ ਸੀ। ਰਿਸਰਚ ਬੇਸਡ ਉਹਨਾਂ ਨੇ ਜਿਹੜੀਆਂ ਵੀ ਆਪਣੀਆਂ ਫਾਈਂਡਿੰਗ ਸਾਹਮਣੇ ਲੈ ਕੇ ਆਉਂਦੀਆਂ ਉਹਨਾਂ ਦੇ ਆਧਾਰ 'ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਤੁਹਾਡੇ ਨਾਲ ਉਹਨਾਂ ਦੇ ਵਿਚਾਰਾਂ ਦੀ ਸਾਂਝ ਪਵਾਈਏ। ਅੱਜ ਦੇ ਸਾਡੇ ਇਸ ਗੱਲਬਾਤ ਦੇ ਵਿੱਚ ਅਸੀਂ ਉਹਨਾਂ ਤੋਂ ਇਹਦੇ ਸੰਬੰਧੀ ਬਹੁਤ ਸਾਰੀਆਂ ਚੀਜ਼ਾਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਪ੍ਰੋਫੈਸਰ ਸਾਹਿਬ, ਤੁਹਾਡਾ ਸਵਾਗਤ ਹੈ। ਬਹੁਤ ਬਹੁਤ ਧੰਨਵਾਦ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਅਸੀਂ ਆਪਣੀ ਗੱਲ ਸ਼ੁਰੂ ਕਰੀਏ ਕਿ ਜਿਹੜੇ ਨਸ਼ੇ ਹੈ ਇਹ ਕਿੰਨੇ ਕਿਸਮ ਦੇ ਹੁੰਦੇ ਆ, ਇਹਨਾਂ ਦੀ ਪ੍ਰਕਾਰ ਵੰਡ ਅਸੀਂ ਕਿਵੇਂ ਕਰ ਸਕਦੇ ਹਾਂ, ਕਿਉਂਕਿ ਇਹਨਾਂ ਦਾ ਫੈਲਾਅ ਇੰਨਾ ਜ਼ਿਆਦਾ ਹੈ, ਇਹਨਾਂ ਨੂੰ ਕਿਸੇ ਇੱਕ ਕੋਟੀ ਦੇ ਵਿੱਚ ਬੰਨ੍ਹਣਾ ਮੁਸ਼ਕਿਲ ਹੈ। ਕਈ ਵਾਰੀ ਕਿਸੇ ਚੀਜ਼ ਬਾਰੇ ਜਾਣਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਨਸ਼ੇ ਦੀ ਸੀਮਾ ਰੇਖਾ ਕੀ ਹੈ, ਕਿੱਥੋਂ ਸ਼ੁਰੂ ਹੁੰਦਾ ਹੈ, ਕਿੱਥੇ ਖਤਮ ਹੁੰਦਾ ਹੈ, ਕਿੰਨੇ ਕਿਸਮ ਦੇ ਨਸ਼ੇ ਹੁੰਦੇ ਆ, ਇਹਦੇ ਬਾਰੇ ਤੁਸੀਂ ਥੋੜ੍ਹਾ ਜਿਹਾ ਜਾਣਕਾਰੀ ਦਿਓ। ਜਦੋਂ ਅਸੀਂ ਨਸ਼ਿਆਂ ਨੂੰ ਦਾ ਅਧਿਐਨ ਕਰਦੇ ਹਾਂ ਤਾਂ ਸਾਨੂੰ ਦੇਖਣਾ ਪੈਂਦਾ ਵੀ ਕਿਸਮਾਂ ਇਹਨਾਂ ਦੀਆਂ ਕਿਵੇਂ ਨੇ। ਇਹਨਾਂ ਦੀਆਂ ਕਿਸਮਾਂ ਵੀ ਅੱਡ-ਅੱਡ ਬੰਦਿਆਂ ਨੇ ਅੱਡ-ਅੱਡ ਹਿਸਾਬ ਨਾਲ ਕੀਤੀਆਂ ਨੇ। ਜਿਵੇਂ ਆਪਾਂ ਜੇ ਮੋਟੇ ਜਿਹੇ ਤੌਰ 'ਤੇ ਲਈਏ, ਪਹਿਲਾਂ ਤਾਂ ਕਈ ਬੰਦੇ ਤਾਂ ਲੈਂਦੇ ਨੇ ਪਰੰਪਰਾਗਤ ਜਿਹੜੇ ਨਸ਼ੇ ਸੀ ਉਹ, ਤੇ ਅੱਜ ਕੱਲ੍ਹ ਦੇ ਨਸ਼ੇ ਨੇ ਜਿਹੜੇ ਉਹ। ਦੂਜੇ ਜਿਹੜੇ ਹੋਰ ਆਪਣਾ ਵਰਗੀਕਰਨ ਹੈ ਉਹ ਹੈਗਾ ਕੁਦਰਤੀ ਅਤੇ ਰਸਾਇਣਕ ਨਸ਼ੇ। ਹਾਂਜੀ, ਤੀਜੇ ਇੱਕ ਹੋਰ ਵੰਡ ਹੈ ਜਿਸ ਦੇ ਨਾਲ ਇਹ ਅਸੀਂ ਕਹਿੰਦੇ ਹਾਂ ਕਿ ਉਹ ਨਸ਼ੇ ਜਿਹੜੇ ਦਵਾਈ ਦੇ ਤੌਰ 'ਤੇ ਕੰਮ ਆਉਂਦੇ ਨੇ ਜੀ, ਉਹ ਨਸ਼ੇ ਜਿਹੜੇ ਦਵਾਈ ਦੇ ਤੌਰ 'ਤੇ ਨਹੀਂ ਕੰਮ ਆਉਂਦੇ, ਸਿਰਫ ਨਸ਼ੇ ਹੀ ਹੁੰਦੇ ਨੇ। ਸੋ ਇਸ ਦੇ ਹਿਸਾਬ ਨਾਲ ਜੇ ਅਸੀਂ ਮੋਟੇ ਤੌਰ 'ਤੇ ਜਦੋਂ ਕੁਦਰਤੀ ਤੇ ਰਸਾਇਣਕ ਨਸ਼ੇ ਬਾਰੇ ਗੱਲ ਕਰਦੇ ਹਾਂ ਤਾਂ ਤਕਰੀਬਨ ਸਾਰੇ ਹੀ ਆ ਜਾਂਦੇ ਨੇ। ਸੋ ਕੁਦਰਤੀ ਨਸ਼ਿਆਂ 'ਚ ਅਸੀਂ ਤੰਬਾਕੂ, ਭੰਗ, ਅਫੀਮ, ਪੋਸਤ ਆਦਿ ਲੈ ਲੈਂਦੇ ਹਾਂ ਜੀ। ਤੇ ਜਦੋਂ ਆਪਾਂ ਰਸਾਇਣਿਕ ਨਸ਼ੇ ਦੀ ਗੱਲ ਕਰਦੇ ਹਾਂ ਤਾਂ ਅਸੀਂ ਹੀਰੋਇਨ ਲੈ ਲੈਂਦੇ ਹਾਂ, ਸਮੈਕ ਲੈ ਲੈਂਦੇ ਹਾਂ, ਟੀਕੇ, ਕੈਪਸੂਲ ਤੇ ਫੈਂਸੀ ਡਰਿਲ ਤੇ ਹੋਰ ਜਿਹੜੇ ਕਫ ਸਿਰਪਸ ਹੁੰਦੇ ਨੇ, ਕੁਛ ਇੰਜੈਕਸ਼ਨਸ ਹੁੰਦੇ ਨੇ ਜਿਨ੍ਹਾਂ ਦੇ ਨਾਲ ਕਿ ਜਦੋਂ ਜਿਹੜਾ ਨਸ਼ਿਆਂ ਦਾ ਮੇਨ ਮੰਤਵ ਹੈ ਕਿ ਲੜਦੇ ਕਿਸ ਵਾਸਤੇ ਨੇ ਵੀ ਤੁਹਾਡੀ ਪੇਨ ਰਿਲੀਵ ਕਰਦੇ ਨੇ, ਤੁਹਾਨੂੰ ਪਲੇਜਰ ਦਿੰਦੇ ਨੇ। ਉਹ ਅੱਡ-ਅੱਡ ਤਰ੍ਹਾਂ ਦੇ ਰਸਾਇਣ ਨੇ। ਉਹਨਾਂ ਦੇ ਵਿੱਚ ਆਪਾਂ ਮਾਰਫਿਨ ਤੇ ਹੋਰ ਅਟਰੈਕਸ ਐਰਾ ਵਗੈਰਾ ਹੋਰ ਆ ਜਾਂਦੇ ਨੇ, ਤੇ ਉਹ ਆਪਾਂ ਉਹਨਾਂ ਦੀ ਡਿਟੇਲ 'ਚ ਨਹੀਂ ਜਾਣਦੇ। ਜਦੋਂ ਵੈਸੇ ਸਾਹਿਬ ਆਪਾਂ ਨਸ਼ਿਆਂ ਦੀ ਦੋ ਕਿਸਮ ਦੀ ਵੰਡ ਕਰ ਲੈਂਦੇ ਹਾਂ, ਇੱਕ ਰਸਾਇਣਿਕ ਨਸ਼ੇ ਤੇ ਦੂਸਰੇ ਅਸੀਂ ਪ੍ਰਕਿਰਤਿਕ ਨਸ਼ੇ ਕਹਿੰਦੇ ਹਾਂ। ਪਰ ਜਦੋਂ ਵੀ ਸਰਕਾਰਾਂ ਇਹਨਾਂ ਨੂੰ ਲੈਂਦੀਆਂ ਜਾਂ ਸਰਕਾਰਾਂ ਇਹਨਾਂ ਨਸ਼ਿਆਂ ਦੀ ਕੈਟਾਗਰੀ ਕਰਦੀਆਂ ਜਾਂ ਇਹਨਾਂ ਨਸ਼ਿਆਂ 'ਤੇ ਬੈਨ ਲਾਉਣ ਜਾਂ ਰੋਕ ਲਾਉਣ ਦੀ ਗੱਲ ਕਰਦੇ ਹਾਂ ਤਾਂ ਉਸ ਸਮੇਂ ਬਹੁਤ ਵਾਰੀ ਇਹ ਹੁੰਦਾ ਹੈ ਕਿ ਇਹਨਾਂ ਦੋਨਾਂ ਕੈਟਾਗਰੀਜ਼ ਨੂੰ ਧਿਆਨ ਵਿੱਚ ਨਹੀਂ ਰੱਖਿਆ ਜਾਂਦਾ। ਉਦਾਹਰਨ ਵਜੋਂ ਜੇ ਅਸੀਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜੇ ਕੁਦਰਤੀ ਨਸ਼ੇ ਜਿਨ੍ਹਾਂ ਨੂੰ ਅਸੀਂ ਕਹਿ ਦਈਏ, ਜਾਂ ਉਹ ਨਸ਼ੇ ਜਿਹੜੇ ਸਿੱਧੇ ਤੌਰ 'ਤੇ ਨੈਚੁਰਲ ਚੀਜ਼ਾਂ ਤੋਂ ਤਿਆਰ ਹੁੰਦੇ ਹੈ, ਜਿਵੇਂ ਅਸੀਂ ਫਾਰ ਐਗਜ਼ਾਮਪਲ ਮੰਨ ਲਈਏ ਕਿ ਅਫੀਮ ਹੈ ਜਿਹੜੀ, ਇਹਦੇ ਬਾਰੇ ਪੰਜਾਬ ਦੇ ਵਿੱਚ ਲੰਮੇ ਸਮੇਂ ਤੋਂ ਡਿਬੇਟ ਚੱਲਦੀ ਰਹੀ ਹੈ ਕਿ ਜਿਹੜੇ ਪ੍ਰਕਿਰਤਿਕ ਜਾਂ ਕੁਦਰਤੀ ਨਸ਼ੇ ਹੈ ਮਨੁੱਖੀ ਸਰੀਰ ਲਈ ਘੱਟ ਹਾਨੀਕਾਰਕ ਹੈ, ਇਹਨਾਂ ਨਸ਼ਿਆਂ ਦੀ ਖੁੱਲ੍ਹ ਦੇ ਦੇਣੀ ਚਾਹੀਦੀ ਹੈ। ਤਾਂ ਜਦੋਂ ਸਰਕਾਰਾਂ ਰੋਕ ਲਾਉਂਦੀਆਂ ਤਾਂ ਉਹ ਕਈ ਵਾਰੀ ਕੁਦਰਤੀ ਨਸ਼ਿਆਂ 'ਤੇ ਵੀ ਰੋਕ ਲਾ ਦਿੰਦੀਆਂ ਤੇ ਨਾਲ ਹੀ ਨਾਲ ਰਸਾਇਣਿਕ ਨਸ਼ੇ ਹੈ ਜਿਹੜੇ ਉਹ ਸਾਈਮਲਟੇਨੀਅਸਲੀ ਵਿਕਦੇ ਰਹਿੰਦੇ ਹੈ। ਹੁਣ ਜਦੋਂ ਅਸੀਂ ਜਿਵੇਂ ਤੁਸੀਂ ਬਹੁਤ ਸੋਹਣਾ ਵਰਗੀਕਰਨ ਕੀਤਾ ਇਹਦੇ 'ਚ ਦੇਖਦੇ ਹਾਂ, ਜਿਹੜੇ ਰਸਾਇਣਿਕ ਨਸ਼ੇ ਹੈ ਜਿਨ੍ਹਾਂ 'ਚ ਹੀਰੋਇਨ ਜਾਂ ਜਿਹਨੂੰ ਅੱਜ ਕੱਲ੍ਹ ਚਿੱਟਾ ਵੀ ਕਿਹਾ ਜਾਂਦਾ ਹੈ, ਉਹ ਇੱਕ ਐਸਾ ਨਾਮਰਾਦ ਨਸ਼ਾ ਹੈ ਜਿਹਦੇ ਨਾਲ ਕੋਈ ਵੀ ਵਿਅਕਤੀ ਹੈ ਜਿਹੜਾ ਉਹ ਬੜੀ ਜਲਦੀ ਮਤਲਬ ਉਹ ਨਸ਼ੇ ਦੀ ਉਹ ਅੰਤਮ ਚਪੇਟ 'ਚ ਆ ਜਾਂਦਾ, ਜਦੋਂ ਕਿ ਅਫੀਮ ਖਾਣ ਵਾਲੇ 20-30 ਸਾਲ ਚੱਲਦੇ ਰਹਿੰਦੇ ਹੈ। ਇਸ ਕਰਕੇ ਜਦੋਂ ਸਮਾਜ 'ਚ ਅਸੀਂ ਵਰਤੋਂ ਕਰਦੇ ਹਾਂ ਕਿ ਉਸ ਸਮੇਂ ਸਰਕਾਰਾਂ ਜਦੋਂ ਰੋਕ ਲਾਉਂਦੀਆਂ ਇਹਨਾਂ ਗੱਲਾਂ ਦਾ ਧਿਆਨ ਰੱਖਦੀਆਂ ਕਿ ਰਸਾਇਣਿਕ ਨਸ਼ਿਆਂ ਨੂੰ ਖੁੱਲ੍ਹ ਦਿੱਤੀ ਜਾਵੇ, ਜਿਹੜੇ ਦੂਸਰੇ ਕੈਮੀਕਲ ਵਾਲੇ ਨਸ਼ੇ ਆ ਉਹਨਾਂ ਨੂੰ ਰੋਕਿਆ ਜਾਵੇ, ਜਾਂ ਇਹਨਾਂ ਦਾ ਸਮਾਜ ਵਿੱਚ ਵਰਤੋਂ ਦਾ ਕੀ ਪੈਟਰਨ ਰਹਿੰਦਾ, ਇਹਦੇ ਬਾਰੇ ਥੋੜ੍ਹਾ ਜਿਹਾ ਤੁਸੀਂ ਦੱਸੋ। ਮੈਂ ਨਾ ਪਹਿਲਾਂ ਇਹ ਤੁਹਾਨੂੰ ਕਲੀਅਰ ਕਰਨਾ ਚਾਹੂੰਗਾ ਪਹਿਲਾਂ ਕਿ ਮੈਂ ਇਹਦੇ ਰੋਕ ਦੇ ਮਾਮਲੇ 'ਚ ਤੁਹਾਨੂੰ ਦੱਸਾਂ ਜੀ। ਤੇ ਮੈਂ ਚਾਹੂੰਗਾ ਕਿ ਵੀ ਪਹਿਲਾਂ ਆਪਾਂ ਇਹ ਦੇਖ ਲਈਏ ਵੀ ਪਰੰਪਰਾਗਤ ਜਿਹੜੇ ਨਸ਼ੇ ਸੀ ਤੇ ਰਸਾਇਣਿਕ ਨਸ਼ਿਆਂ 'ਚ ਫਰਕ ਕੀ। ਜੀ ਜੀ।
ਤੇ ਜਿਹੜੇ ਪਰੰਪਰਾਗਤ ਜਿਹੜੇ ਨਸ਼ੇ ਸੀਗੇ ਉਹ ਕਿਸੇ ਨਾ ਕਿਸੇ ਦਵਾਈ ਦੇ ਵਿੱਚ ਵਰਤੇ ਜਾਂਦੇ ਸੀ ਜੀ। ਤੇ ਜਿਹੜੇ ਅੱਜ ਕੱਲ੍ਹ ਦੇ ਜਿਹੜੇ ਅਜੋਕੇ ਨਸ਼ੇ ਨੇ ਜਿਹੜੇ ਕਿ ਪਿਛਲੇ 50 ਸਾਲ ਤੋਂ ਆਏ ਨੇ, ਉਹ ਨਸ਼ੇ ਸਿਰਫ ਨਸ਼ਿਆਂ ਵਾਸਤੇ ਹੀ ਆਏ, ਉਹਨਾਂ ਨੂੰ ਹੋਰ ਕਿਸੇ ਕੰਮ ਵਾਸਤੇ ਨਹੀਂ ਯੂਜ਼ ਕੀਤਾ ਜਾਂਦਾ, ਦਵਾਈਆਂ ਵਾਸਤੇ ਨਹੀਂ ਯੂਜ਼ ਕੀਤਾ ਜਾਂਦਾ। ਤੇ ਦੂਜਾ ਉਹਨਾਂ 'ਚ ਫਰਕ ਹੈ ਕਿ ਜਿਹੜਾ ਪਰੰਪਰਾਗਤ ਨਸ਼ੇ ਜਿਵੇਂ ਅਫੀਮ ਹੈ, ਪੋਸਟ ਹੈ, ਗੰਜ ਹੈ, ਚਰਸ, ਉਹਦੀ ਲੱਤ ਜਿਹੜੀ ਲੱਗਣੀ ਹੈ ਨਾ, ਉਹਦਾ ਆਦੀ ਹੋਣਾ ਜੀ, ਉਹ ਹੌਲੀ ਹੌਲੀ ਹੁੰਦਾ, ਟਾਈਮ ਲੱਗਦਾ। ਸ਼ਰਾਬ ਪੀਣ ਵਾਲਾ ਵੀ ਇੱਕਦਮ ਨਹੀਂ ਸ਼ਰਾਬੀ ਬਣ ਜਾਂਦਾ, ਉਹਨੂੰ ਕਈ ਸਾਲ ਲੱਗ ਜਾਂਦੇ ਨੇ ਸ਼ਰਾਬ ਪੀਣ ਵਾਲੇ ਨੂੰ। ਤੇ ਹੋਰ ਜਿਹੜੇ ਪਰੰਪਰਾਗਤ ਨਸ਼ੇ ਨੇ, ਪਰ ਜਿਹੜੇ ਰਸਾਇਣਿਕ ਨਸ਼ੇ ਨੇ, ਜਿਹੜੇ ਅੱਜ ਕੱਲ੍ਹ ਦੇ ਨਸ਼ੇ ਨੇ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ, ਉਹ ਸਿੱਧੇ ਹੀ ਜਿਹੜੀ ਹੈ ਨਾ, ਉਹ ਇੱਕ ਪੁੜੀ ਖਾਧੀ ਹੈ ਤੇ ਤੁਹਾਨੂੰ ਦੂਜੇ ਦੀ ਫਟ ਲੋੜ ਪੈਂਦੀ ਹੈ। ਉਹ ਯਾਨੀ ਕਿ ਜਿਵੇਂ ਆਪਣੇ ਹੁੰਦਾ ਨਾ ਵੀ ਕੁਇਕ ਡਿਲੀਵਰੀ ਹੈ ਨਾ ਜਿਹੜੀ ਹਰੇਕ ਚੀਜ਼ ਦੀ, ਜਿਵੇਂ ਅੱਜ ਕੱਲ੍ਹ ਦੇ ਬੱਚਿਆਂ ਕੋਲ ਟਾਈਮ ਨਹੀਂ ਹੈ ਕਿਸੇ ਵੀ ਚੀਜ਼ ਦਾ, ਉਹ ਫਟਾਫਟ ਚਾਹੁੰਦੇ ਆ ਤੱਤ ਭੜਕ ਕੰਮ ਹੋ ਜੇ, ਤਾਂ ਉਹ ਇਸੇ ਤਰ੍ਹਾਂ ਵੀ ਉਹ ਖਾਂਦੇ ਤੇ ਨਸ਼ਾ ਹੋ ਜਾਂਦਾ ਤੇ ਫਿਰ ਉਹ ਨਸ਼ੇ ਦਾ ਇਹੋ ਜਿਹਾ ਲੱਗ ਜਾਂਦੇ ਨੇ, ਫਿਰ ਉਹਦੇ ਬਿਨਾਂ ਰਹਿ ਨਹੀਂ ਸਕਦੇ। ਤੇ ਤੀਜਾ ਜਿਹੜਾ ਇਹਨਾਂ 'ਚ ਇਹ ਹੈ ਵੀ ਇਹ ਜਿਹੜੇ ਅੱਜ ਕੱਲ੍ਹ ਜਿਹੜੇ ਰਸਾਇਣਿਕ ਨਸ਼ੇ ਨੇ, ਇਹ ਜਿਹੜੇ ਨਸ਼ੇ ਬਣਦੇ ਨੇ ਨਾ, ਇਹ ਇੱਕ ਨੌਜਵਾਨ ਪੀੜ੍ਹੀ ਨੂੰ ਤੇ ਇੱਕ ਖਾਸ ਤਰ੍ਹਾਂ ਦੀ ਵਰਗ ਨੂੰ ਵੇਖ ਕੇ ਬਣਾਏ ਜਾਂਦੇ। ਜਿਵੇਂ ਆਪਾਂ ਤੁਸੀਂ ਲਾ ਲਓ ਕਿ ਜਿੰਨੇ ਮਤਲਬ ਕੰਜ਼ਿਊਮਰ ਬੇਸਡ ਇਹਨਾਂ ਦੀ ਪ੍ਰੋਡਕਸ਼ਨ ਹੁੰਦੀ ਹੈ, ਕੰਜ਼ਿਊਮਰ ਬੇਸਡ ਹੈ ਕਿ ਇਹਨਾਂ ਨੂੰ ਆਪਾਂ ਕਿੰਨੇ ਤੋਂ ਕਿਵੇਂ ਵੇਚਣਾ ਹੈ। ਜੀ ਜੀ। ਇਹ ਸਾਰੇ ਨਸ਼ੇ ਨੇ। ਤੇ ਇਸ ਵਰਗੀਕਰਨ 'ਚ ਜਿਹੜਾ ਹੈਗਾ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਸਭ ਤੋਂ ਵੱਡਾ ਸੈਂਟਰ ਹੈਗਾ ਏਮਸ, ਉਹਨਾਂ ਨੇ ਇਹਨਾਂ ਦਾ ਵਰਗੀਕਰਨ ਕੀਤਾ ਹੈ। ਤੇ ਉਹਨਾਂ ਨੇ ਇਹ ਵਰਗੀਕਰਨ ਕਰਕੇ ਤੇ ਬੜਾ ਤਕੜਾ ਇੱਕ 2 ਸਾਲ ਪਹਿਲਾਂ ਸਰਵੇ ਵੀ ਕਰਾਇਆ, ਉਹਦੇ ਰਿਜ਼ਲਟ ਬਾਅਦ 'ਚ ਡਿਸਕਸ ਕਰਾਂਗੇ। ਪਰ ਮੋਟੇ ਤੌਰ ਤੇ ਉਹਨਾਂ ਨੇ ਜਿਹੜੇ ਨਸ਼ੇ ਨੂੰ 5 ਹਿੱਸਿਆਂ 'ਚ ਵੰਡਿਆ ਜੀ। ਤੇ ਉਹਨਾਂ 'ਚ ਪਹਿਲਾ ਤਾਂ ਜਿਹੜਾ ਹਿੱਸਾ ਹੈਗਾ ਉਹ ਹੈਗਾ ਸ਼ਰਾਬ ਜੀ। ਸ਼ਰਾਬ ਦੇ ਵਿੱਚ ਦੇਸੀ ਸ਼ਰਾਬ ਆ ਜਾਂਦੀ ਹੈ, ਅੰਗਰੇਜ਼ੀ ਸ਼ਰਾਬ ਆ ਜਾਂਦੀ ਹੈ। ਸ਼ਰਾਬ ਐਕਚੁਅਲੀ ਜਿਹੜਾ ਜੇ ਆਪਾਂ ਇਹਦਾ ਕੈਮੀਕਲ ਨਾ ਲਈਏ, ਇਹ ਇਥਾਈਲ ਅਲਕੋਹਲ ਹੁੰਦੀ ਹੈ ਜੀ। ਤੇ ਇਹ ਆਮ ਦਵਾਈਆਂ 'ਚ ਵੀ ਇਹਦੀ ਮਾਤਰਾ ਪੈ ਜਾਂਦੀ ਹੈ। ਤੇ ਸ਼ਰਾਬ ਜਿਹੜੀ ਵਿਸਕੀਆਂ ਨੇ ਉਹਨਾਂ 'ਚ 42% ਹੁੰਦੀ ਹੈ। ਤੇ ਇਹ ਜਦੋਂ ਵਾਈਨ 'ਚ ਆ ਜਾਂਦੀ ਹੈ, ਵਾਈਨ 'ਚ ਇਹਦੀ ਮਾਤਰਾ ਘਟ ਜਾਂਦੀ ਹੈ, ਬੀਅਰ 'ਚ ਘਟ ਜਾਂਦੀ ਹੈ, ਵੀ ਘਟ ਜਾਂਦੀ ਜੀ ਜੀ। ਸੋ ਇੱਕ ਤਾਂ ਉਹਨਾਂ ਦੀ ਇੱਕ ਇਹ ਕੈਟੇਗਰੀ ਹੈ ਤੇ ਜਿਹੜੀ ਕੰਟਰੋਲਡ ਹੁੰਦੀ ਹੈ, ਜਿਹਦੇ ਵਿੱਚ ਜਿਹੜੀ ਨਸ਼ੇ ਦੀ ਮਾਤਰਾ, ਹਾਂਜੀ ਹਾਂ, ਨਸ਼ੇ ਦੀ ਮਾਤਰਾ ਹੁੰਦੀ ਹੈ। ਉਹ ਹਰੇਕ ਬੋਤਲ ਤੇ ਲਿਖਿਆ ਹੁੰਦਾ ਵੀ ਇਹਦੇ 'ਚ ਇੰਨੇ % ਅਲਕੋਹਲ ਹੈ ਜੀ, ਹੈ ਜੀ। ਤੇ ਦੂਜਾ ਜਿਹੜਾ ਹੈਗਾ ਉਹ ਇਹਨਾਂ ਦੀ ਕੈਟੇਗਰੀ ਹੈ ਜਿਹੜੀ, ਉਹ ਭੰਗ ਹੈ। ਭੰਗ, ਗਾਂਜਾ, ਚਰਸ ਹੈ। ਤੇ ਉਸ ਤੇ ਭੰਗ 'ਚ ਤੁਸੀਂ ਆਪਣਾ ਵਾਈਲਡੀ ਮਿਲਦੀ ਹੈ, ਤੇ ਭੰਗ ਇਹਦੇ 'ਚੋਂ ਆਪਣਾ ਅੱਗੇ ਉਹਦੇ 'ਚੋਂ ਗਾਂਜਾ ਤੇ ਚਰਸ ਮਿਲਦੇ ਨੇ, ਉਹ ਕੈਟੇਗਰੀ ਹੈ। ਤੇ ਤੀਜਾ ਜਿਹੜਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਨਸ਼ਾ, ਜਿਹੜਾ ਅੱਜ ਕੱਲ੍ਹ ਇੰਪੋਰਟੈਂਟ ਦੀ ਬਜਾਏ ਜਿਹੜਾ ਅੱਜ ਕੱਲ੍ਹ ਸੁਰਖੀਆਂ ਲੈ ਰਿਹਾ, ਉਹ ਹੈਗੇ ਨੇ ਸਿੰਥੈਟਿਕ ਨਸ਼ੇ, ਜਾਂ ਉਹਨਾਂ ਨੂੰ ਅਸੀਂ ਅੰਗਰੇਜ਼ੀ 'ਚ ਕਹਿੰਦੇ ਓਪੀਆਟ ਜੀ। ਉਹ ਇਹਨਾਂ 'ਚ ਬਹੁਤਾ ਨੀਂਦ ਆਉਣ ਵਾਲੀਆਂ ਚੀਜ਼ਾਂ ਹੁੰਦੀਆਂ ਨੇ। ਇਹਨਾਂ 'ਚ ਅਸੀਂ ਅਫੀਮ ਲੈ ਲੈਂਦੇ ਹਾਂ, ਹੀਰੋਇਨ ਲੈ ਲੈਂਦੇ ਹਾਂ, ਸਮੈਕ ਲੈ ਲੈਂਦੇ ਹਾਂ। ਹੀਰੋਇਨ ਹੈ ਜਿਹੜੀ, ਇਹ ਨਾ ਸਭ ਤੋਂ ਜ਼ਿਆਦਾ ਮਹਿੰਗਾ ਨਸ਼ਾ ਹੈ ਜੀ ਜੀ। ਇਹ ਜਿਹੜਾ ਬਣਦਾ ਹੈ ਨਸ਼ਾ ਅਫੀਮ ਤੋਂ, ਇਹ ਅਫੀਮ ਤੋਂ ਦੇ ਵਿੱਚ ਨਾ ਇਹਨਾਂ ਨੇ ਕੁਝ ਹੋਰ ਆਪਣਾ ਕੈਮੀਕਲ ਪਾ ਕੇ, ਰਸਾਇਣ ਪਾ ਕੇ, ਜਿਵੇਂ ਉਸ ਨੂੰ ਐਸਿਡਿਕ ਐਨਹਾਈਡਰਾਈਡ ਪਾ ਕੇ ਨਾ ਇਹਨੂੰ ਹੋਰ ਬਹੁਤ ਕੰਸਨਟਰੇਟ ਕੀਤਾ ਜਾਂਦਾ। ਤੇ ਉਸ ਕੰਸਨਟਰੇਟ ਨਾਲ ਉਹਦੀ ਬਹੁਤ ਨਸ਼ਾ ਦੇਣ ਦੀ ਬਹੁਤ ਮਾਤਰਾ ਵੱਧ ਜਾਂਦੀ ਹੈ। ਤੇ ਇਸੇ ਕਰਕੇ ਉਸ ਦੀ ਮਹਿੰਗਾਈ ਬਹੁਤ ਹੈ। ਤੇ ਉਹ ਜਿਹੜਾ ਆਪਾਂ ਹੀਰੋਇਨ ਬਣਾਉਣ ਵੇਲੇ ਜਿਹੜਾ ਵਿੱਚ ਚੂਰਾ ਕਚੂਰਾ ਬਚਦਾ ਹੈ, ਤੇ ਉਹਦੇ ਵਿੱਚ ਹੋਰ ਚੀਜ਼ਾਂ ਉਹ ਐਡ ਕਰਕੇ, ਜਿਵੇਂ ਗੁੜ ਵੀ ਐਡ ਕਰ ਦਿੰਦੇ ਨੇ, ਤੇ ਹੋਰ ਆਪਣਾ ਬਲੀਚਿੰਗ ਪਾਊਡਰ, ਇੱਟਾਂ ਦਾ ਰੇਤਾ, ਉਹ ਸਾਰਾ ਕੁਝ ਐਡ ਕਰਕੇ ਉਸ ਤੋਂ ਇਹ ਸਮੈਕ ਬਣਾ ਦਿੰਦੇ ਨੇ। ਅੱਛਾ। ਸਮੈਕ ਯਾਨੀ ਕਿ ਸਸਤੀ ਹੀਰੋਇਨ ਹੈ, ਤੇ ਪਰ ਉਹਦੇ 'ਚ ਸਿਰਫ 1% ਹੀ ਹੀਰੋਇਨ ਦਾ ਤੱਤ ਹੁੰਦਾ ਜੀ ਜੀ ਜੀ, ਹੈ ਜੀ। ਤੇ ਇਹਦੇ ਨਾਲ ਹੀ ਨਾਲ ਜਿਹੜਾ ਇੱਕ ਇਹਨਾਂ ਇਸੇ ਜਿਹੜੇ ਓਪੀਆਟ 'ਚ ਆਪਾਂ ਕਹਿੰਦੇ ਆ, ਇਹ ਤੀਜੀ ਕੈਟੇਗਰੀ ਹੈ ਓਪੀਆਟ 'ਚ, ਜਿਹਨੂੰ ਅਸੀਂ ਕਹਿੰਦੇ ਫਾਰਮਾਸਿਊਟੀਕਲਸ, ਜਿਹੜੇ ਦਵਾਈਆਂ ਦੇ ਫਾਰਮ 'ਚ ਹੁੰਦੀਆਂ, ਜਿਹੜੇ ਕਈ ਵਾਰੀ ਗੋਲੀਆਂ, ਸਿਰਪ ਵਗੈਰਾ ਲੈਣ ਲੱਗ ਜਾਂਦੇ, ਕੈਪਸੂਲ ਤੇ ਜਿਹੜੇ ਇੰਜੈਕਸ਼ਨ ਲੱਗਦੇ ਨੇ। ਮੇਨ ਜਿਹੜਾ ਪਰਪਸ ਇਹੀ ਹੈ ਕਿ ਤੁਹਾਨੂੰ ਉਹ ਜਿਹੜਾ ਕਿਸੇ ਪੇਨ ਤੋਂ ਰਿਲੀਫ ਕਰਨਾ ਜਾਂ ਕਿਸੇ ਟੈਨਸ਼ਨ ਤੋਂ ਰਿਲੀਫ ਦੇਣਾ। ਤੇ ਚੌਥਾ ਨਸ਼ਾ ਹੈ ਜਿਹੜਾ ਕਿ ਬਹੁਤ ਘੱਟ ਯੂਜ਼ ਹੁੰਦਾ,
ਉਹਦਾ ਹੈਗਾ ਐਮਫੀਟਾਮਾਈਨ ਟਾਈਪ ਸਟਿਮੂਲਸ, ਉਹ ਤੁਹਾਨੂੰ ਇੱਕਦਮ ਸਟਿਮੂਲਸ ਦਿੰਦਾ ਜੀ। ਹਾਂਜੀ। ਤੇ ਪੰਜਵਾਂ ਨਸ਼ਾ ਹੈਗਾ ਇਨਹੇਲੈਂਟਸ ਤੇ ਹਲੂਸੀਜਨ। ਓਕੇ। ਹਾਂਜੀ, ਇਹ ਜਿਹੜੇ ਅਖੀਰਲੇ ਤਿੰਨ ਐਮਫੀਟਾਮਾਈਨ ਟਾਈਪ ਸਟਿਮੂਲਸ ਹੈ ਤੇ ਆਲੇ ਹਲੂਸੀਜਨ ਨੇ ਤੇ ਇਨਹੇਲੈਂਟਸ ਨੇ, ਇਹ ਸੁੰਘ ਕੇ ਵੀ ਲੈਂਦੇ ਨੇ ਜੀ ਜੀ। ਇਹਨਾਂ ਦੀ ਵਰਤਣ ਵਾਲਿਆਂ ਦੀ ਬਹੁਤ ਘੱਟ ਮਾਤਰਾ ਹੈ। ਹਾਂ, ਪਹਿਲਾਂ ਵੀ ਜਿਹੜੇ ਸੁੰਘਣ ਵਾਲੇ ਨਸ਼ੇ ਆ ਪੰਜਾਬ ਦੇ ਵਿੱਚ ਕਿਸੇ ਮਿਕਦਾਰ 'ਚ, ਜਿੱਦਾਂ ਨਸਵਾਰ ਨੂੰ ਸੁੰਘਦੇ ਸੀ, ਜਾਂ ਬਹੁਤ ਵਾਰੀ ਕਈ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਬੜੀਆਂ ਅਜੀਬ ਲੱਗਦੀਆਂ। ਥੋੜ੍ਹੇ ਅੱਜ ਕੱਲ੍ਹ ਕੁਛ ਨਸ਼ੇ ਆ ਜਿਨ੍ਹਾਂ ਨੂੰ ਕਿਸੇ ਪੇਪਰ ਦੇ ਉੱਪਰ ਪਾ ਕੇ ਥੱਲਿਓਂ ਹੀਟ ਦੇ ਕੇ ਉਹਦੇ ਵਿੱਚੋਂ ਵਾਈਪੋਰੇਸ਼ਨ ਜਿਹੜੀ ਹੁੰਦੀ ਹੈ ਉਹਨੂੰ ਇਨਹੇਲ ਕਰਦੇ ਆ, ਜਾਂ ਕਈ ਵਾਰੀ ਚਿਲਮ ਦੇ ਵਿੱਚ ਪਾ ਕੇ ਵੀ ਕੁਛ ਨਸ਼ੇ ਆ ਜਿਹੜੇ ਪੀਤੇ ਜਾਂਦੇ ਆ। ਇਹ ਡਾਕਟਰ ਸਾਹਿਬ ਜਿਹੜੀ ਕੈਟਾਗਰੀ ਹੋ ਗਈ, ਇਹਨਾਂ ਦਾ ਅੱਗੇ ਜਿਹੜਾ ਇੰਪੈਕਟ ਹੈ। ਨਹੀਂ, ਇਹਦੇ ਨਾਲ ਤੁਸੀਂ ਜਿਹੜਾ ਤੁਹਾਡਾ ਕੁਐਸਚਨ ਹਾਂਜੀ ਹੋਇਆ ਸੀ। ਹਾਂਜੀ, ਇਹਨਾਂ ਚੋਂ ਜਿਹੜੇ ਸਿੰਥੈਟਿਕ ਨਸ਼ੇ ਨੇ ਤੇ ਦੂਜੇ ਸ਼ਰਾਬ ਨੂੰ ਛੱਡ ਕੇ ਬਾਕੀ ਸਾਰੇ ਜਿਹੜੇ ਨਸ਼ੇ ਨੇ ਨਾ ਜੀ, ਇਹ ਸਾਰੇ ਬੈਂਡ ਨੇ। ਸ਼ਰਾਬ ਨੂੰ ਕਿਉਂਕਿ ਗਵਰਨਮੈਂਟ ਨੇ ਇੱਕ ਆਪਾਂ ਕਹਿ ਦਈਏ ਕਿ ਸਟਰਕਚਰਡ ਸਿਸਟਮ 'ਚ ਪਾ ਲਿਆ ਐਕਸਾਈਜ਼ ਕਰਕੇ। ਉਹ ਇੱਕ ਸ਼ਰਾਬ ਤੇ ਤੰਬਾਕੂ ਨੂੰ ਛੱਡ ਕੇ ਨਾ ਬਾਕੀ ਸਾਰੇ ਨਸ਼ੇ ਉਹ ਬੈਂਡ ਨੇ। ਹਾਂਜੀ। ਤੇ ਕਿਉਂਕਿ ਜਿਹੜੀ ਆਪਣਾ ਭੰਗ ਹੈ ਇਹ ਵੀ NDPC ਐਕਟ ਦੇ ਥੱਲੇ ਬੰਦ ਹੈ, ਪਰ ਉਹ ਜਿਹੜੇ ਉਹਨਾਂ ਦਾ ਐਕਟ ਇਹੋ ਜਿਹਾ ਬਣਾਇਆ ਹੋਇਆ ਵੀ ਜੇ ਤੁਹਾਡੇ ਕੋਲ ਉਹਦੇ ਪੱਤੇ ਮਿਲ ਜਾਣ ਜੀ, ਭੰਗ ਦੇ ਪੱਤੇ ਮਿਲ ਜਾਣ ਤਾਂ ਤੁਸੀਂ ਕਲਪਰੇਟ ਨਹੀਂ ਹੈ। ਉਹ ਇਲੀਗਲ ਨਹੀਂ, ਭੰਗ ਦੇ ਪੱਤੇ। ਹਾਂ, ਉਹ ਇਲੀਗਲ ਨਹੀਂ। ਉਹ ਸਰੇਆਮ ਚੱਲਦਾ ਰਹਿੰਦਾ। ਉਹ ਵਿੱਚ ਕੋਈ ਨਾ ਕੋਈ ਇਹ ਜਿਹੜੇ ਨੇ ਲੂਪ ਹੋਲ ਛੱਡ ਦਿੰਦੇ ਤੇ ਉਹ ਲੂਪ ਹੋਲ ਜਿਹੜੀਆਂ 29 ਨੇ ਨਾ ਐਕਟ ਦੀਆਂ, ਉਹਨਾਂ ਨੂੰ ਵਰਤ ਕੇ ਟ੍ਰੇਡਰ ਆਪਣਾ ਵਪਾਰ ਚਲਾਏਗਾ। ਜਿਹੜੀ ਡਾਕਟਰ ਸਾਹਿਬ ਤੁਸੀਂ ਏਮਸ ਦੀ ਸਟੱਡੀ ਕੋਟ ਕਰਕੇ 5 ਵਿਸ਼ੇਸ਼ ਕੈਟਾਗਰੀ ਨਸ਼ਿਆਂ ਦੀਆਂ ਬਣਾਈਆਂ ਹੈ, ਇਹਨਾਂ ਕੈਟਾਗਰੀਜ਼ ਦੀ ਸਮਾਜ ਦੇ ਵਿੱਚ ਜਿਹੜੀ ਵਰਤੋਂ ਹੈ ਉਹਨਾਂ ਚੋਂ ਉਹਨਾਂ ਦੀ ਦਰਜੇਬੰਦੀ ਵੀ ਕੋਈ ਕੀਤੀ ਜਾ ਸਕਦੀ ਹੈ ਕਿ ਇਹ ਜਿਹੜਾ ਫਾਰ ਐਗਜ਼ਾਮਪਲ ਸ਼ਰਾਬ ਦੀ ਜ਼ਿਆਦਾ ਵਰਤੋਂ ਹੁੰਦੀ ਹੈ, ਭੰਗ ਦੀ ਵਰਤੋਂ ਹੁੰਦੀ ਹੈ, ਤੰਬਾਕੂ ਦੀ ਵਰਤੋਂ ਹੁੰਦੀ ਹੈ, ਹੀਰੋਇਨ ਜਾਂ ਗਾਂਜੇ ਦੀ, ਇਹਨਾਂ ਦੀ ਕੋਈ ਇਸ ਕਿਸਮ ਦੀ ਵੀ ਸਾਨੂੰ ਕੋਈ ਸਟੱਡੀ ਮਿਲਦੀ ਹੈ? ਹਾਂਜੀ ਹਾਂ। ਤੇ ਮੈਂ ਇਹ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਹ ਦੱਸਾਂ ਨਾ ਕਿ ਬਈ ਇਹ ਜਿਹੜੀ ਇਹਨਾਂ ਨੇ ਦਰਜੇਬੰਦੀ ਕੀਤੀ ਹੋਈ ਹੈ ਜੀ ਜੀ, ਉਹ ਆਪਣੇ ਕੋਲ ਡਾਟਾ ਵੀ ਆਪਾਂ ਡਿਸਕਸ ਕਰਦੇ ਹਾਂ। ਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਜਿਹੜੀ ਗੱਲ ਆਮ ਨਾ ਲੋਕੀ ਕਨਫਿਊਜ਼ ਕਰਦੇ ਨੇ ਜੀ, ਉਹ ਕਰਦੇ ਨੇ ਵਰਤੋਂ ਤੇ ਦੁਰਵਰਤੋਂ ਕਰਨ ਵਾਲੇ। ਠੀਕ। ਉਹਨੂੰ ਜਾਂ ਆਪਾਂ ਦੂਸਰੇ ਲਫ਼ਜ਼ਾਂ 'ਚ ਕਹਿ ਲਈਏ ਯੂਜ਼ਰ ਤੇ ਅਬਿਊਜ਼। ਜੇ ਦਵਾਈ ਦੇ ਤੌਰ ਤੇ ਕੋਈ ਲੈਂਦਾ ਤਾਂ ਉਹ ਵਰਤੋਂ ਹੈ, ਜੇ ਉਹਨੂੰ ਨਸ਼ੇ ਦੇ ਤੌਰ ਤੇ ਲੈਂਦਾ ਤਾਂ ਦੁਰਵਰਤੋਂ ਹੋ ਜਾਂਦੀ ਹੈ। ਓਕੇਜਨਲੀ ਕੋਈ ਵਰਤੋਂ ਕਰਦਾ ਹੈ ਜੀ ਤਾਂ ਉਹਦੇ 'ਚ ਉਹਨੂੰ ਅਸੀਂ ਵਰਤੋਂ ਕਹਿੰਦੇ ਹਾਂ। ਜਦੋਂ ਉਹ ਉਸ ਨਸ਼ੇ ਕਾਰਨ ਉਹ ਰੈਗੂਲਰਲੀ ਲੈ ਰਿਹਾ ਤੇ ਉਹਦੇ ਸਰੀਰ ਤੇ ਅਸਰ ਪੈ ਰਿਹਾ ਤੇ ਉਹ ਬਿਨਾਂ ਡਾਕਟਰ ਦੀ ਸਲਾਹ ਦੇ ਲੈ ਰਿਹਾ, ਉਹਦੀ ਆਰਥਿਕ ਹਾਲਤ ਵੀ ਖਰਾਬ ਹੁੰਦੀ ਹੈ, ਸਰੀਰ ਵੀ ਖਰਾਬ ਹੁੰਦਾ, ਜਿਹੜਾ ਇਲੀਗਲ ਵੀ ਹੈ ਤੇ ਮਾਨਸਿਕ ਤੌਰ ਤੇ ਵੀ ਉਹ ਸਫਰ ਕਰ ਰਿਹਾ, ਤਾਂ ਅਸੀਂ ਉਹਨੂੰ ਕਹਿੰਦੇ ਵੀ ਇਹ ਦੁਰਵਰਤੋਂ ਕਰ ਰਿਹਾ। ਤੇ ਜਿੱਦਾਂ ਕੋਈ ਸੋਸ਼ਲ ਡਰਿੰਕਿੰਗ ਕਰਦਾ ਹੈ, ਕੋਈ ਹੈਬਿਚੁਅਲ ਹੈ ਜਾਂ ਐਡਿਕਟ ਹੈ। ਹਾਂਜੀ, ਜਿਹੜਾ ਸੋਸ਼ਲ ਡਰਿੰਕਿੰਗ ਕਰਦਾ ਉਹ ਤਾਂ ਕਦੇ ਕਰਦਾ। ਜੀ ਜੀ। ਤੇ ਇਸੇ ਤਰ੍ਹਾਂ ਜਿਹੜਾ ਇਹ ਹੈ ਨਾ, ਜਦੋਂ ਮੈਂ ਤੁਹਾਨੂੰ ਥੋੜਾ ਜਿਹਾ ਮੈਕੈਨਿਜ਼ਮ ਸਮਝਾਉਂਦੇ ਹਾਂ ਵੀ ਇਹ ਜਿਹੜਾ ਇੱਕ ਵਰਤੋਂ ਕਰਨ ਤੋਂ ਬਾਅਦ ਨਾ ਵੀ ਜਦੋਂ ਅਸੀਂ ਕੋਈ ਵੀ ਜਿਹੜਾ ਨਸ਼ਾ ਲੈਂਦੇ ਆ ਉਹ ਸਾਡੇ ਸਿੱਧਾ ਖੂਨ 'ਚ ਜਾਂਦਾ। ਖੂਨ ਤੋਂ ਜਿਹੜੇ ਉਹਦੇ 'ਚ ਉਹਦਾ ਆਪਣਾ ਐਨਾਲਾਈਜ਼ ਕਰਕੇ ਨਾ ਉਹਦੇ 'ਚ ਜਿਹੜੇ ਯਾਨੀ ਕਿ ਜ਼ਹਿਰੀਲੇ ਤੱਤ ਹੁੰਦੇ ਨੇ ਨਾ, ਜਿਹੜਾ ਨਸ਼ਾ ਕਰਦੇ ਨੇ ਨਾ, ਉਹ ਸਿੱਧੇ ਦਿਮਾਗ 'ਚ ਜਾਂਦੇ ਨੇ। ਖੂਨ ਦੇ ਰਾਹੀਂ ਉਹ ਦਿਮਾਗ 'ਚ ਜਾ ਕੇ ਦਿਮਾਗ 'ਚ ਉੱਥੇ ਇੱਕ ਵੈਸੀਕਲਸ ਹੁੰਦੇ ਨੇ ਤੇ ਉਹਨਾਂ ਨਾਲ ਟੱਚ ਕਰਦੇ ਨੇ, ਉਹਨਾਂ ਨੂੰ ਰਪਚਰ ਕਰਦੇ ਨੇ। ਉਹ ਰਪਚਰ ਕਰਨ ਦੇ ਨਾਲ ਨਾ ਤਾਂ ਉੱਥੋਂ ਇੱਕ ਤੁਸੀਂ ਕਹਿ ਦਿਓ ਵੀ ਹਾਰਮੋਨ ਪ੍ਰੋਡਿਊਸ ਹੁੰਦਾ, ਤਰਲ ਪਦਾਰਥ ਨਿਕਲਦਾ, ਜਿਹਨੂੰ ਅਸੀਂ ਕਹਿੰਦੇ ਆ ਆਪਣਾ ਡੋਪਾਮਾਈਨ। ਦਿਮਾਗ 'ਚ ਡੋਪਾਮਾਈਨ ਪ੍ਰੋਡਿਊਸ ਹੁੰਦੀ ਹੈ। ਹਾਂ, ਡੋਪਾਮਾਈਨ ਪ੍ਰੋਡਿਊਸ ਹੁੰਦਾ। ਉਹ ਡੋਪਾਮਾਈਨ ਜਦੋਂ ਪ੍ਰੋਡਿਊਸ ਹੁੰਦਾ ਤੇ ਉੱਥੇ ਇੱਕ ਨਾਲ ਹੀ ਦਿਮਾਗ ਦੇ ਵਿੱਚ ਉਹ ਡੋਪਾਮਾਈਨ ਰਿਸੈਪਟਰਸ ਹੁੰਦੇ ਨੇ ਜੀ। ਉਹ ਜਦੋਂ ਰਿਸੈਪਟਰਸ ਤੇ ਜਾ ਕੇ ਉਹ ਡੋਪਾਮਾਈਨ ਲੱਗਦਾ ਹੈ ਨਾ, ਤਾਂ ਉਹਦੇ ਨਾਲ ਤੁਹਾਨੂੰ ਯੂਫੋਰੀਆ ਹੁੰਦਾ, ਜਿਹਨੂੰ ਅਸੀਂ ਕਹਿੰਦੇ ਵੀ ਆਨੰਦ ਆ ਗਿਆ। ਡੋਪਾਮਾਈਨ ਜਦੋਂ ਰਿਐਕਟ ਕਰਦਾ ਬ੍ਰੇਨ ਦੇ ਵਿੱਚ ਤਾਂ ਉਹ ਬੰਦੇ ਨੂੰ ਮਹਿਸੂਸ ਹੁੰਦਾ ਕਿ ਮੈਂ ਆਨੰਦ ਦੀ ਅਵਸਥਾ 'ਚ ਚਲਿਆ ਗਿਆ, ਅਵਸਥਾ 'ਚ ਆ ਗਿਆ। ਜੀ ਜੀ। ਅੱਗੇ ਜਿਹੜਾ ਇਹ ਹੈ ਨਾ, ਜਿਹੜਾ ਇਹਦੇ ਵਿੱਚ ਅੱਗੇ 2 ਸਰਕਟ ਨੇ ਉੱਥੇ, ਉਹ 2 ਸਰਕਟ 'ਚ ਇਹ ਹੈ, ਇੱਕ ਤਾਂ ਹੈਗਾ ਪਲੇਜਰ ਸਰਕਟ ਜੀ, ਤੇ ਇੱਕ ਹੈਗਾ ਰਿਵਾਰਡ ਸਰਕਟ।
ਜੀ ਉਹ ਜਦੋਂ ਪਲੇਜਰ ਹੁੰਦਾ ਨਾ ਫਿਰ ਤੁਸੀਂ ਫੀਲ ਕਰਦੇ ਹੋ ਵੀ ਹਾਂ ਰਿਵਾਰਡਸ ਮੈਨੂੰ ਮਿਲ ਗਿਆ। ਤੇ ਉਹਦੇ ਨਾਲ ਫਿਰ ਤੁਹਾਨੂੰ ਨਾ ਚੀਜ਼ਾਂ ਤੁਸੀਂ ਜਿਹੜੀ ਤੁਹਾਨੂੰ ਟੈਨਸ਼ਨ ਹੁੰਦੀ ਆ ਉਸ ਤੋਂ ਰਿਲੀਵ ਕਰਦੇ ਆ। ਫਿਰ ਉਹ ਤੁਸੀਂ ਮਾਤਰਾ ਜਦੋਂ ਪੀ ਜਾਂਦੇ ਹੋ ਲਗਾਤਾਰ ਤੁਸੀਂ, ਯਾਨੀ ਕਿ ਜਿਹੜਾ ਤਾਂ ਬੰਦਾ ਕਦੇ ਕਦੇ ਪੀ ਰਿਹਾ ਉਹਨਾਂ ਦਾ ਇੱਕ ਵਾਰੀ ਪੀਤਾ ਤੇ ਮਹੀਨੇ ਬਾਅਦ ਪੀ ਲਿਆ ਜਾਂ 10 ਦਿਨਾਂ ਬਾਅਦ ਪਾ ਲਿਆ, ਕੋਈ ਬਹੁਤਾ ਅਸਰ ਨਹੀਂ ਹੁੰਦਾ। ਪਰ ਜਿਹੜਾ ਬੰਦਾ ਲਗਾਤਾਰ ਪੀਂਦਾ ਹੈ ਉਹ ਲਗਾਤਾਰ ਪੀਣ ਦੇ ਨਾਲ ਉਸ ਦੇ ਜਿਹੜੇ ਆਪਣੇ ਰਿਸੈਪਟਿਕਲ ਆਪਣਾ ਡੋਪਾਮਾਈਨ ਰਿਸੈਪਟਰਸ ਨੇ ਨਾ ਉਹ ਡੈਮੇਜ ਹੋ ਜਾਂਦੇ ਨੇ। ਜੀ ਜੀ। ਤੇ ਉਹ ਕੁਝ ਦੇਰ ਬਾਅਦ ਉਹ ਜਿਹੜਾ ਤੁਹਾਡਾ ਜਿਹੜਾ ਪਹਿਲਾਂ ਆਪਣਾ ਨਸ਼ਾ ਕਰਨ ਨਾਲ ਨਾ ਤੁਹਾਨੂੰ ਆਨੰਦ ਆਉਂਦਾ ਸੀ ਜੀ ਉਹ ਖਤਮ ਹੋ ਜਾਂਦਾ। ਉਹ ਡੈਮੇਜ ਹੋਣ ਨਾਲ ਉਹ ਖਤਮ ਹੋ ਜਾਂਦਾ ਤੇ ਤੁਸੀਂ ਕਹਿੰਦੇ ਵੀ ਮੈਨੂੰ ਅਜੇ ਨਸ਼ਾ ਨਹੀਂ ਹੋਇਆ। ਤੁਸੀਂ ਮਾਤਰਾ ਵੱਧ ਜਾਂਦੀ ਹੈ, ਨਸ਼ੇ ਦੀ ਮਾਤਰਾ ਵਧਾ ਦਿੰਦੇ ਹੋ। ਜਦੋਂ ਇਹ ਮਾਤਰਾ ਇੰਨੀ ਜ਼ਿਆਦਾ ਵੱਧਦੀ ਹੈ ਕਿ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਣ ਲੱਗਦੀ ਹੈ, ਤੁਹਾਡੀ ਆਰਥਿਕ ਨੂੰ ਨੁਕਸਾਨ ਪਹੁੰਚਾਉਣ ਲੱਗਦੀ ਹੈ, ਤੇ ਤੁਹਾਡੇ ਸਮਾਜਿਕ ਨੂੰ, ਤੁਹਾਡੀ ਫੈਮਿਲੀ ਲਾਈਫ ਨੂੰ, ਤੁਹਾਡੀ ਵਰਕ ਲਾਈਫ ਨੂੰ, ਉਹ ਸਾਰਾ ਕੁਛ ਤੇ ਤੁਸੀਂ ਬਣ ਜਾਂਦੇ ਆ ਨਸ਼ਈ। ਉਸ ਨੂੰ ਫਿਰ ਨਸ਼ੇੜੀ ਜਾਂ ਐਡਿਕਟ ਦੀ ਕੈਟਾਗਰੀ 'ਚ ਰੱਖ ਲੈਂਦੇ ਆ। ਨਸ਼ੇੜੀ ਕਹਿੰਦੇ ਆ। ਬਿਲਕੁਲ ਠੀਕ ਹੈ। ਆਪਾਂ ਇਹਨਾਂ ਦੇ ਜਿਹੜੇ ਸਟੱਡੀ ਕਰਦੇ ਨੇ ਆਪਣੇ ਡਰੱਗਸ ਤੇ ਕਰਦੇ ਨੇ ਉਹਨੂੰ ਇਹ ਸੀ ਕਹਿੰਦੇ ਜੀ ਇਹ ਡਰੱਗ ਡਿਪੈਂਡੈਂਟ ਹੋ ਗਿਆ। ਓਕੇ। ਹਾਂ, ਸੋ ਇਸ ਦੇ ਵਿੱਚ ਨਾ ਜਦੋਂ ਅਸੀਂ ਸਟੱਡੀ ਕਰਦੇ ਹਾਂ ਤਾਂ ਪਹਿਲਾਂ ਜਿਹੜਾ ਡਾਟਾ ਹੈ, ਪਹਿਲਾ ਡਾਟਾ ਲੈਂਦੇ ਹਾਂ ਅਸੀਂ ਭਾਈ ਬਈ ਇਹ ਵਰਤੋਂ ਕਰਨ ਵਾਲੇ ਕਿੰਨੇ। ਇਹੀ ਡਾਕਟਰ ਸਾਹਿਬ ਮੈਂ ਸਵਾਲ ਤੁਹਾਨੂੰ ਕਰਨਾ ਚਾਹ ਰਿਹਾ ਸੀ, ਤੁਸੀਂ ਬਿਲਕੁਲ ਦਰੁਸਤ ਕੀਤਾ ਕਿ ਜਿਹੜਾ ਡਰੱਗ ਦਾ ਆਪਾਂ ਇਹ ਕਹਿ ਦਈਏ ਕਿ ਐਡਿਕਟ ਹੋ ਗਿਆ, ਜਿਹੜੀਆਂ ਉਹ 5 ਕੈਟਾਗਰੀ ਹੈ ਜਾਂ ਜਿਸ ਕਿਸਮ ਦੀ ਵੀ ਤੁਹਾਡੀ ਸਟੱਡੀ ਹੋਈ ਹੈ ਉਹ 'ਚ ਤੁਸੀਂ ਐਡਿਕਟਸ ਨੂੰ ਕਿਹੜੇ ਨਸ਼ਿਆਂ ਦੇ ਨਾਲ ਜੋੜ ਕੇ ਲੈਂਦੇ ਹੋ ਤੇ ਉਹਨਾਂ ਦੀ ਪ੍ਰਪੋਰਸ਼ਨੇਟ ਸਮਾਜ ਦੇ ਵਿੱਚ ਕਿਸ ਕਿਸਮ ਦੀ ਹੈ? ਹਾਂ, ਬੜਾ ਵਧੀਆ ਸਵਾਲ ਹੈ ਜੀ ਇਹ ਜਦੋਂ ਅਸੀਂ ਕਰਦੇ ਹਾਂ। ਮੈਂ ਤੁਹਾਨੂੰ ਇਕੱਲੇ ਦੀ ਆਪਣਾ ਦੱਸ ਦਿੰਦਾ। ਜੀ ਜੀ। ਹੈ ਜੀ, ਜਦੋਂ ਤਾਂ ਅਸੀਂ ਸ਼ਰਾਬ ਦੀ ਗੱਲ ਕਰਦੇ ਹਾਂ ਸਭ ਤੋਂ ਜ਼ਿਆਦਾ ਤਾਂ ਖਾਣ ਪੀਣ ਵਾਲੇ ਜਿਹੜੇ ਨੇ ਤੰਬਾਕੂ ਨੇ। ਅੱਛਾ ਅੱਛਾ। ਉਹਨਾਂ ਨੂੰ ਆਪਾਂ ਛੱਡ ਦਿੰਦੇ ਹਾਂ, ਉਹ ਇਹਨਾਂ ਨੇ ਅਜੇ ਇਸ ਕੈਟੇਗਰੀ 'ਚ ਨਹੀਂ ਲਿਆ ਹੋਇਆ ਜੀ। ਉਹ ਆਪਾਂ ਪਿਛਲੀ ਉਸ 'ਚ ਵੀ ਦੱਸਿਆ ਸੀ। ਹਾਂਜੀ ਹਾਂਜੀ। ਸਭ ਤੋਂ ਜ਼ਿਆਦਾ ਨਸ਼ਾ ਕਰਨ ਵਾਲੇ ਤੰਬਾਕੂ ਨੇ। ਜੀ ਜੀ। ਹੈ ਜੀ। ਤੇ ਦੂਜਾ ਜਿਹੜਾ ਵੱਡਾ ਨਸ਼ਾ ਹੈ ਜਿਹਨੇ ਕਿ ਤੰਬਾਕੂ ਨੂੰ ਆਪਾਂ ਨਸ਼ਾ ਨਹੀਂ ਗਿਣਦੇ, ਹਾਲਾਂਕਿ ਉਹਦੇ ਨਾਲ ਤੁਹਾਨੂੰ ਦੱਸਿਆ ਸੀਗਾ ਵੀ ਅਸੀਂ ਬਹੁਤ ਸਾਰਾ ਲੋਕ ਤੋਂ ਬੰਦਿਆਂ ਦੀ ਵੱਧ ਮੌਤ ਹੋ ਜਾਂਦੀ। ਜੀ ਜੀ। ਤੇ ਇਹ ਜਿਹੜਾ ਸ਼ਰਾਬ ਦਾ ਨਸ਼ਾ ਹੈ, ਇਹ ਸ਼ਰਾਬ ਦਾ ਨਸ਼ਾ ਜਿਹੜਾ ਇੰਡੀਆ ਦਾ ਜਿਹੜਾ ਏਮਸ ਦਾ ਡਾਟਾ ਸੀਗਾ ਉਹਨਾਂ ਨੇ 10 ਸਾਲ ਤੋਂ ਲੈ ਕੇ 75 ਸਾਲ ਤੱਕ ਦੇ ਬੰਦਿਆਂ ਦਾ ਡਾਟਾ ਇਕੱਠਾ ਕੀਤਾ ਸੀ ਜੀ। ਕਿਉਂਕਿ 10 ਸਾਲ ਦਾ ਇਹ ਹੈ ਵੀ ਉਹ ਅਸਿਊਮ ਕਰਦੇ ਨੇ ਵੀ 10 ਸਾਲ ਤੋਂ ਪਹਿਲਾਂ ਬੰਦਾ ਨਸ਼ਾ ਨਹੀਂ ਕਰਦਾ, ਬੱਚਾ ਨਸ਼ਾ ਨਹੀਂ ਕਰਦਾ ਜੀ। ਬੱਚੇ ਕਰਦੇ ਵੀ ਨੇ ਨਸ਼ੇ, ਤੇ ਵੈਸੇ ਤਾਂ ਇਹ 17 ਸਾਲ ਤੱਕ ਦਾ 18 ਸਾਲ ਤੋਂ ਪਹਿਲਾਂ ਸਾਰੇ ਸਾਡੇ ਬੱਚਿਆਂ 'ਚ ਹੀ ਆ ਜਾਂਦੇ ਨੇ। ਪਰ ਉਹਨਾਂ ਦਾ ਜਿਹੜਾ ਡਾਟਾ ਸੀਗਾ ਤਾਂ ਉਹਨਾਂ ਨੇ ਦੇਖਿਆ ਵੀ 16 ਕਰੋੜ ਬੰਦੇ ਉਸ 'ਚੋਂ ਇਹ ਯੂਜ਼ ਕਰਦੇ ਨੇ, ਯੂਜ਼ਰ ਨੇ। ਯੂਜ਼ਰ ਦਾ ਮਤਲਬ ਇਹ ਹੈ, ਉਸ ਸਰਵੇ ਜਦੋਂ ਉਹਨਾਂ ਨੇ ਕੀਤਾ ਤੇ ਉਹ ਪੁੱਛਦੇ ਨੇ ਵੀ ਤੁਸੀਂ ਜੀ ਕਿੰਨੇ ਕੁ ਵਾਰੀ ਪੀਤੀ ਹੈ ਸ਼ਰਾਬ, ਪਿਛਲੇ 6 ਮਹੀਨਿਆਂ 'ਚ, ਪਿਛਲੇ ਹਫ਼ਤੇ 'ਚ ਪੀਤੀ ਹੈ। ਜੇ ਕਿਸੇ ਨੇ ਸਾਰੇ ਸਾਲ 'ਚ 1-2 ਵਾਰੀ ਵੀ ਪੀਤੀ ਹੈ ਤਾਂ ਉਹਨੂੰ ਯੂਜ਼ਰ ਮੰਨ ਲੈਂਦੇ ਜੀ ਜੀ। ਹੈ ਜੀ। ਤਾਂ ਉਹ ਤਾਂ ਇਹਨਾਂ ਦੇ ਕੋਲ ਨਿਕਲੇ 16 ਕਰੋੜ, ਜਿਹਦਾ ਕਿ 14.6% ਬਣਦਾ ਯੂਜ਼ਰ ਜਿਹੜੇ ਹਿੰਦੁਸਤਾਨ ਦੇ ਵਿੱਚ। ਹਾਂ, ਸਾਰੇ ਹਿੰਦੁਸਤਾਨ। ਜੀ ਜੀ ਜੀ। ਹੈ ਜੀ। ਤੇ ਉਹ ਜਿਹੜੇ ਉਹ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ ਵੀ ਜਿਹੜੇ ਸਾਰੇ ਨਸ਼ੇ ਨੇ ਨਾ ਉਹ ਸਾਰੇ ਨਸ਼ਿਆਂ ਨੂੰ ਕਰਨ ਵਾਲਿਆਂ ਦੀ ਜਿਹੜੀ ਗਿਣਤੀ ਹੈ ਨਾ ਉਹ 22.4 ਕਰੋੜ ਹੈ। 22.4 ਕਰੋੜ ਚੋਂ 16 ਕਰੋੜ ਜਿਹੜੇ ਨੇ ਉਹ ਸ਼ਰਾਬ ਦਾ ਨਸ਼ਾ ਕਰਨ ਵਾਲੇ। ਸਭ ਤੋਂ ਵੱਡੀ ਮਾਤਰਾ ਮਤਲਬ ਸ਼ਰਾਬ ਵਾਲਿਆਂ ਦੀ ਹੈ, ਜਿਹਨੂੰ ਐਕਸਾਈਜ਼ ਕਰਕੇ ਸਰਕਾਰ ਕੰਟਰੋਲਡ ਕੰਡੀਸ਼ਨ ਦੇ ਵਿੱਚ ਆਪ ਡਿਸਟ੍ਰੀਬਿਊਟ ਕਰਦੀ ਹੈ। ਇਹਦਾ ਮਤਲਬ ਸਮਾਜ ਲਈ ਸਭ ਤੋਂ ਜ਼ਿਆਦਾ ਨਸ਼ੇੜੀ ਉਹ ਪੈਦਾ ਕਰਦੇ ਆ। ਹਾਂ, ਸਭ ਤੋਂ ਜ਼ਿਆਦਾ ਨਸ਼ੇੜੀ ਉਹ ਪੈਦਾ ਕਰਦੇ ਨੇ, ਉਹ ਤੁਹਾਨੂੰ ਆਪਾਂ ਦੱਸਾਂਗੇ। ਜੀ ਜੀ ਜੀ। ਹੁਣ ਫੇਰ ਅੱਗੇ ਇਹ ਹੈ ਵੀ ਹੁਣ ਦੇਖਣ ਵਾਲੀ ਗੱਲ ਹੈ ਕਿ ਵੀ ਨਸ਼ਾ ਤਾਂ ਬੰਦਾ ਕਰਨ ਲੱਗ ਗਿਆ, ਵਰਤੋਂ ਕਰ ਲਈਏ। ਉਹ ਵਰਤੋਂ ਕਰਨ ਵਾਲਿਆਂ ਚੋਂ ਜੀ ਕਿੰਨੇ ਬੰਦੇ ਨੇ ਜਿਹੜੇ ਆਪਣਾ ਇਹ ਨਸ਼ੇੜੀ ਬਣਦੇ ਨੇ, ਇਹ ਵੀ ਫਰਕ ਹੈ। ਠੀਕ ਹੈ। ਇਹ ਵੀ ਪਰ ਜਿਹੜਾ ਅਸੀਂ ਹਿੰਦੁਸਤਾਨ ਦੇ ਲੈਵਲ ਤੇ ਜਿਹੜਾ ਇਹਨਾਂ ਨੇ ਕੱਢਿਆ ਹੈ ਉਹ ਕਹਿੰਦਾ ਵੀ ਜੇ 100 ਬੰਦੇ ਵਰਤੋਂ ਕਰਦੇ ਨੇ ਨਾ ਤਾਂ ਉਹਨਾਂ ਚੋਂ 19 ਬੰਦੇ ਜੀ, ਯਾਨੀ ਕਿ 1/5 20% ਲਾ ਲਓ ਮੋਟੇ ਜਿਹੇ ਤੌਰ ਤੇ, 5ਵਾਂ ਹਿੱਸਾ ਨਸ਼ੇੜੀ ਬਣ ਜਾਂਦੇ। ਹੁਣ ਨਸ਼ੇੜੀ ਕਿਹੜੇ ਹੁੰਦੇ ਨੇ? ਨਸ਼ੇੜੀਆਂ ਦਾ ਉਹਨਾਂ ਨੇ ਡਾਟਾ ਇਕੱਠਾ ਕੀਤਾ ਵੀ ਪਿਛਲੇ 3 ਮਹੀਨਿਆਂ 'ਚ ਭਾਈ ਤੁਹਾਨੂੰ ਕੋਈ ਡਾਕਟਰ ਕੋਲ ਗਏ ਹੋ, ਦਾਰੂ ਪੀਣ ਕਰਕੇ ਕੋਈ ਖਰਾਬੀ ਹੋਈ ਜੀ, ਉਹਨੂੰ ਉਹ ਇੱਕ ਕੈਟੇਗਰੀ ਬਣ ਦਿੰਦੇ ਜੀ। ਤੇ ਇੱਕ ਹੋਰ ਉਹਨਾਂ ਦੀ ਅੱਗੇ ਕੈਟੇਗਰੀ ਬਣਾ ਦਿੰਦੇ ਨੇ ਉਹਨੂੰ ਜਿਹਨੇ ਉਹ ਕਹਿੰਦੇ ਡਿਪੈਂਡੈਂਟ,
ਜਿਹੜਾ ਰਹਿ ਨਹੀਂ ਸਕਦਾ ਨਸ਼ਾ ਕਰੇ ਬਿਨਾਂ ਜਾਂ ਸ਼ਰਾਬ ਪੀਤੇ ਜਿਹੜਾ ਬਿਨਾਂ। ਪਹਿਲਾਂ ਵੀ ਉਹ ਪ੍ਰੋਬਲਮੈਟਿਕ ਹੈ, ਪਰ ਇਹ ਜਿਹੜਾ ਅੱਗੇ ਵਸ ਟਾਈਪ ਹੈ ਨਾ, ਜਿਵੇਂ ਹੁਣ ਆਪਾਂ ਕਰੋਨਾ 'ਚ ਹੈਗੇ ਨਾ ਜੀ, ਹਾਂਜੀ ਹਾਂਜੀ ਤੇ ਉਹ ਆਪਾਂ ਕਹਿੰਦੇ ਜੀ ਆਕਸੀਜਨ ਲੱਗ ਗਈ ਜੀ। ਆਕਸੀਜਨ ਵਾਲੇ ਤਾਂ ਉਹ ਜਿਹੜੇ ਆ 3 ਮਹੀਨਿਆਂ 'ਚ ਡਾਕਟਰ ਕੋਲ ਗਏ ਨੇ। ਬਿਲਕੁਲ ਬਿਲਕੁਲ, ਹਾਂਜੀ ਹਾਂਜੀ। ਫਿਰ ਇਹ ਜਿਹੜਾ ਸਭ ਤੋਂ ਜਿਹੜਾ ਜ਼ਿਆਦਾ ਜਿਹੜਾ ਹੈਗਾ ਵਰਸ ਵਿਕਟਮ, ਹਾਂਜੀ, ਹਾਂ, ਉਹ ਹੈਗੇ ਨੇ ਡਿਪੈਂਡੈਂਟ, ਜਿਹੜੇ ਵੀ ਕਿਸੇ ਵੀ ਹੱਦ ਤੱਕ ਨਸ਼ੇ ਬਿਨਾਂ ਰਹਿ ਹੀ ਨਹੀਂ ਸਕਦੇ। ਰਹਿ ਹੀ ਨਹੀਂ ਸਕਦੇ, ਤੇ ਉਹਨਾਂ ਹਾਂਜੀ। ਨੂੰ ਰੈਗੂਲਰਲੀ ਉਹਦੀ ਲੋੜ ਹੈ ਜੀ, ਤੇ ਜੀ। ਉਹਨਾਂ ਦੀ ਜਿਹੜੀ ਗਿਣਤੀ ਹੈ ਨਾ ਸਾਡੇ ਕੋਲ, ਉਹ ਪਹਿਲੇ ਜਿਹੜੇ 20% 19% ਬਣਦੇ ਨੇ, ਜੀ। ਉਹ ਤਾਂ 5.2 ਕਰੋੜ ਬਣਦੇ ਨੇ ਜੀ ਹਾਂਜੀ, ਤੇ 5.7 ਕਰੋੜ ਬਣਦੇ ਨੇ, ਤੇ ਜਿਹੜੇ ਦੂਜੇ ਨੇ ਡਿਪੈਂਡੈਂਟ ਨੇ, ਉਹ ਉਹਨਾਂ ਚੋਂ 2 ਕਰੋੜ ਬਣਦੇ ਨੇ। ਵੱਡੀ ਗਿਣਤੀ ਹੈ 2 ਹਾਂ, ਕਰੋੜ। ਵੱਡੀ ਗਿਣਤੀ। ਹਾਂਜੀ ਹਾਂਜੀ। ਇਹ ਸਭ ਤੋਂ ਜ਼ਿਆਦਾ ਜਿਹੜਾ ਨਸ਼ਾ ਹੈ ਨਾ, ਤੰਬਾਕੂ ਨੂੰ ਛੱਡ ਕੇ, ਤੰਬਾਕੂ ਅਸੀਂ ਇਹ ਸਟੱਡੀ ਦੇ ਵਿੱਚ ਇਨਕਲੂਡ ਨਹੀਂ ਕੀਤਾ, ਤੇ ਇਹ ਕਰਦੇ ਨੇ। ਤਾਂ ਇਹਦੇ ਦੇਖਣ ਵਾਲੀ ਵੀ ਲੋੜ ਹੈ। ਆਪਾਂ ਜਦੋਂ ਹੁਣ ਦੂਸਰਿਆਂ ਬਾਰੇ ਗੱਲ ਕਰਾਂਗੇ ਵੀ ਸ਼ਰਾਬ 'ਚ ਜਿਹੜੇ ਨਾ 1/5 ਬੰਦੇ ਜੀ ਦਾ ਰੁਝਾਨ ਇਹ ਹੈ ਕਿ ਉਹ ਨਸ਼ੇੜੀ ਬਣ ਸਕਦੇ। ਜਦੋਂ ਆਪਾਂ ਨਸ਼ਿਆਂ ਨੂੰ ਲਵਾਂਗੇ ਨਾ ਵੀ ਕਿਹੜਾ ਨਸ਼ਾ ਜ਼ਿਆਦਾ ਘਾਤਕ ਹੈ, ਜ਼ਿਆਦਾ ਹਾਰਮ ਕਰੂਗਾ, ਜੀ ਜੀ, ਤੇ ਜਿਹੜਾ ਕਿਹੜਾ ਘੱਟ ਕਰੂਗਾ, ਉਹਦੇ ਕਈ ਪਹਿਲੂ ਨੇ। ਵੀ ਇੱਕ ਤਾਂ ਜਿਹੜਾ ਨਸ਼ਾ ਹੈ ਤੇ ਉਹ ਕਿੰਨੇ ਬੰਦਿਆਂ ਨੂੰ ਹਾਰਮ ਕਰਦਾ। ਇੱਕ ਬੰਦਾ ਇਹ ਹੈ ਕਿ ਵੀ ਨਸ਼ੇ ਵਰਤਣ ਵਾਲੇ ਉਹਨਾਂ ਚੋਂ ਕਿੰਨੇ ਬੰਦੇ ਉਹ ਤੁਹਾਡੇ ਨਸ਼ੇੜੀ ਬਣ ਗਏ। ਜਿਹੜੇ ਸਿੰਥੈਟਿਕ ਨਸ਼ੇ ਆ ਜਦੋਂ ਕੰਪੈਰੀਜ਼ਨ ਕਰਦੇ ਆ ਡਾਕਟਰ ਸਾਹਿਬ, ਹਾਂਜੀ ਹਾਂ, ਉਹ ਉਸ ਤੇ ਵੀ ਆਪਾਂ ਆਨੇ ਆ। ਹਾਂਜੀ 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 ਉਸ ਤੋਂ ਬਾਅਦ ਆ ਜਾਂਦਾ ਭੰਗ। ਜੀ, ਭੰਗ ਆਪਾਂ ਲੈਂਦੇ ਹਾਂ, ਭੰਗ ਇੱਕ ਕੁਦਰਤੀ ਨਸ਼ਾ ਹੈ। ਹਾਂਜੀ ਹਾਂਜੀ। ਤੇ ਇਹਨੂੰ ਵਰਤੋਂ ਕਰਨ ਵਾਲੇ ਆਪਣੇ ਹਿੰਦੁਸਤਾਨ 'ਚ 3.1 ਕਰੋੜ ਨੇ। ਉੱਥੇ 14% ਸੀਗੇ, ਹਾਂਜੀ ਹਾਂਜੀ। ਤੇ ਇੱਥੇ 2.8 ਬਣਦੇ ਨੇ। ਜੀ ਜੀ, ਹਾਂਜੀ, ਤੇ ਇਹਦੇ 'ਚ ਵਰਤੋਂ ਕਰਨ ਵਾਲੇ, ਇਹਦੇ ਪ੍ਰੋਬਲਮ 'ਚ ਜਿਹੜੇ ਹੈ ਨਾ, ਉਹ ਬਹੁਤ ਘਟ ਜਾਂਦੇ ਨੇ। ਜਿਹੜੇ ਕਿ ਦੂਜੇ ਟਾਈਪ ਦਾ ਐਡਿਕਸ਼ਨ ਵਾਲੀ ਲੈਵਲ ਤੇ ਉਹ 0.6% ਨੇ ਜੀ। ਹਾਂਜੀ, ਤੇ ਜਦੋਂ ਆਪਾਂ ਇਹਨੂੰ ਹੋਰ ਡਿਪੈਂਡੈਂਟ ਦੇ ਲੈਂਦੇ ਆ ਤਾਂ ਇਹ ਸਾਰੇ ਹੀ ਆ ਜਾਂਦੇ ਨੇ 0.25%, 1% ਵੀ ਨਹੀਂ ਹੈਗੇ। ਸੋ ਕਹਿੰਦਾ ਅੱਛਾ, ਫਿਰ ਇਹ ਜਿਹੜਾ ਆਪਾਂ ਗੱਲ ਕੀਤੀ ਸੀ ਪਹਿਲੇ 'ਚ ਵੀ ਰੁਝਾਨ ਕਿਵੇਂ ਹੈ, ਇਹਦਾ ਵੀ ਰੁਝਾਨ ਜਾਣਨਾ ਇੰਟਰਸਟਿੰਗ ਹੈ। ਜਦੋਂ ਆਪਾਂ ਕਹਿੰਦੇ ਨਾ ਨਸ਼ਿਆਂ ਦਾ ਰੁਝਾਨ ਕਿਹੋ ਜਿਹਾ, ਕੁਝ ਲੋਕ ਕਹਿੰਦੇ ਨੇ ਜੀ ਕੁਦਰਤੀ ਨਸ਼ੇ ਲੈਣੇ ਚਾਹੀਦੇ ਨੇ ਜੀ। ਸਭ ਤੋਂ ਵਧੀਆ ਇਹਦੇ 'ਚ ਗੱਲ ਜਿਹੜੀ ਇਹ ਹੈ ਵੀ ਜਿਹੜਾ ਭੰਗ ਪੀਣ ਵਾਲਾ ਹੈ ਨਾ, ਉਹਦਾ 'ਚ ਰੁਝਾਨ ਬੜਾ ਘੱਟ ਹੈ ਡਿਪੈਂਡੈਂਟ ਹੋਣ ਦਾ। ਐਡਿਕਸ਼ਨ ਦਾ ਲੈਵਲ ਇਸ 'ਚ ਮਤਲਬ 16 ਪਿੱਛੇ ਇੱਕ ਬੰਦਾ ਐਡਿਕਟ ਬਣਦਾ, ਜਦੋਂ ਕਿ ਸ਼ਰਾਬ 'ਚ ਕਿਤੇ ਜ਼ਿਆਦਾ ਇਸ ਨਾਲੋਂ ਉੱਥੇ ਨੰਬਰ। ਆਪਾਂ ਸ਼ਰਾਬ 'ਚ ਆਪਾਂ ਦੇਖਿਆ ਸੀ 50, ਯਾਨੀ ਕਿ ਉਹ ਜਿਹੜਾ ਉਹ ਤਾਂ ਆਪਾਂ ਇੱਕ ਆਲਰੇਡੀ ਐਵਰੇਜ ਲੈ ਲਈ। ਪਰ ਜਦੋਂ ਆਪਾਂ ਪੰਜਾਬ ਜਾਂ ਹੋਰ ਜਿਹੜੇ ਉਸ ਤੇ ਆਵਾਂਗੇ ਨਾ, ਤਾਂ ਉਹ ਜਿਹੜੀ ਹੈ ਚੇਂਜ ਹੋ ਜਾਂਦੀ ਹੈ ਉਹ ਫਿਰ। ਚੇਂਜ ਹੁੰਦੀ ਹੈ। ਉਹਨੂੰ ਆਪਾਂ ਜਾਣਾ ਇਸ ਕਰਕੇ ਕਿਉਂਕਿ ਆਪਣਾ ਇਹ ਟਾਈਮ 'ਚ ਕੰਪਲੀਟ ਕਰਨੀ ਸੀ। ਹਾਂਜੀ ਹਾਂਜੀ ਹਾਂਜੀ, ਉਹਦੇ 'ਚ ਇਹ ਹੈ ਵੀ ਤੁਸੀਂ ਮੋਟੇ ਜਿਹੇ ਤੌਰ ਤੇ ਲੈ ਲੈਂਦੇ ਆ ਵੀ 6% ਬੰਦੇ 100 ਚੋਂ, ਹਾਂਜੀ। ਜਿੱਥੇ ਆਪਾਂ ਉੱਥੋਂ ਲਿਆ ਸੀ ਨਾ 19% ਬੰਦੇ ਉਹ ਹੋ ਜਾਂਦੇ ਨੇ, ਹਾਂਜੀ ਤਾਂ ਹਾਂਜੀ ਉਹ 6% ਇਹ ਬਣਦੇ ਨੇ ਜੀ। ਐਡਿਕਟ। ਤੇ ਇਹਦੇ 'ਚ ਫਿਰ ਜਿਹੜਾ ਆਪਣੇ ਕੋਲ ਗਾਂਜਾ ਤੇ ਚਰਸ ਆ ਗਿਆ, ਉਹ ਇਹਦੇ ਨਾਲੋਂ ਜ਼ਿਆਦਾ ਖਰਾਬ ਕਰਦੇ ਨੇ। ਉਹਨਾਂ 'ਚ ਇਹ ਹੈਗਾ ਵੀ ਉਹ 14% ਬਣਦੇ ਨੇ। ਸਨੀ ਕਿ ਇਹ ਤੇ ਅੱਗੇ ਜਦੋਂ ਆਪਾਂ ਗੱਲ ਕਰਦੇ ਹਾਂ, ਫਿਰ ਦੂਸਰਾ ਤੁਹਾਡੇ ਕੋਲ ਆਪਣਾ ਓਪੀਆਡ ਦੀ। ਜੀ ਹਾਂ, ਓਪੀਆਡ 'ਚ ਜਿਹੜਾ ਨਸ਼ਾ ਜਿਹੜਾ ਹੈਗਾ ਨਾ ਪੰਜਾਬ 'ਚ, ਹਿੰਦੁਸਤਾਨ 'ਚ, ਉਹ ਵੀ ਗਿਣਤੀ ਦੇ ਹਿਸਾਬ ਨਾਲ ਕੋਈ ਜ਼ਿਆਦਾ ਨਹੀਂ। ਉਹ 2.3 ਕਰੋੜ ਹੈ, ਤੇ 2.3 ਕਰੋੜ ਹੈ, ਤੇ ਉਹ ਬਣ ਜਾਂਦਾ ਆਪਣੇ ਕੋਲ 2.1% ਜੀ ਓਵਰਆਲ ਯੂਜ਼ਰ ਦਾ। ਯੂਜ਼ਰ ਤੇ ਜਿਹੜੇ ਪ੍ਰੋਬਲਮੈਟਿਕ ਨੇ, ਹਾਰਮਫੁਲ ਨੇ, ਉਹ ਸਾਡੇ ਕੋਲ ਸਾਰੇ 77 ਲੱਖ ਨੇ। ਉਹ ਬਾਕੀ ਨਸ਼ਿਆਂ ਦੇ ਮੁਕਾਬਲਤਨ ਬਹੁਤ ਘੱਟ ਹੈ। ਹਾਂ, ਬਾਕੀ ਨਸ਼ਿਆਂ ਦੇ ਮੁਕਾਬਲਤਨ ਬਹੁਤ ਘੱਟ ਹੈ। ਤੇ ਜਿਹੜੇ ਡਿਪੈਂਡੈਂਟ ਨੇ ਉਹ ਸਾਰੇ 28 ਲੱਖ ਨੇ ਸਾਰੇ ਹਿੰਦੁਸਤਾਨ 'ਚ। ਹਾਂਜੀ, ਤੇ ਹੁਣ ਅਗਲਾ ਜਿਹੜਾ ਆਪਣਾ ਚੱਕਰ ਹੈ ਕਿ ਵੀ ਇਹਦੀ ਆਪਾਂ ਦੇਖੀਏ ਵੀ ਇਹਦਾ ਰੁਝਾਨ ਕੀ ਹੈ। ਰੁਝਾਨ ਇਹਦਾ ਇਹ ਹੈ ਵੀ ਜਿਹੜੀ ਤਾਂ ਆਪਣਾ ਹੀਰੋਇਨ ਹੈ, ਉਹਦੇ ਤਾਂ ਜਿਹੜਾ ਬੰਦਾ ਇੱਕ ਵਾਰੀ ਸ਼ੁਰੂ ਕਰ ਦੇ, ਉਹਦੇ ਤਾਂ 50% ਬੰਦਿਆਂ ਦੇ ਨਸ਼ੇੜੀ ਹੋਣ ਦੇ ਚਾਂਸ। ਉਹਦਾ ਵੀ ਡਾਕਟਰ ਸਾਹਿਬ ਕੋਈ ਆਪਣੇ ਕੋਲੇ ਡਾਟਾ ਹੈਗਾ, ਜਿਵੇਂ ਆਪਾਂ ਸ਼ਰਾਬ ਦਾ, ਭੰਗ ਦਾ, ਚਰਸ ਦਾ ਦੱਸਿਆ ਹੈ, ਇੰਨੇ ਪਰਸੈਂਟ? ਉਹ ਡਾਟਾ ਉਸੇ ਡਾਟਾ ਚੋਂ ਕੱਢ ਕੇ ਤੁਹਾਨੂੰ ਦੇ ਦੇ। ਨਹੀਂ, ਜਿਹੜਾ ਸਰ ਆਪਾਂ ਇਹ ਕਹਿ ਦਈਏ ਕਿ ਚਿੱਟੇ ਦਾ,
ਮਤਲਬ ਚਿੱਟੇ ਦਾ ਵੀ ਇਦਾਂ ਦੀ ਸਾਡੇ ਕੋਲੇ ਕੋਈ ਹਾਂ ਇਹ ਅੱਛਾ ਅੱਛਾ ਚਿੱਟਾ ਤੇ ਇਹ ਉਹਦੇ ਚ ਅੱਡ ਨਾ ਆਪਾਂ ਅੱਛਾ, ਅੱਛਾ। ਉਹਦੇ ਚ ਓਪੀਅਮ ਤੇ ਉਹ ਦੂਸਰੇ ਫਾਰਮੇਸੀ ਉਹ ਸਾਰੇ ਇਕੱਠੇ ਆ ਜਾਂਦੇ ਆ। ਉਹ ਬਾਅਦ ਚ ਆਪਾਂ ਦੇਖ ਲਾਂਗੇ। ਠੀਕ ਹੈ ਜੀ, ਠੀਕ ਹੈ, ਠੀਕ ਇਹ ਹੈ। ਮੋਟਾ ਜਿਹਾ ਇਹ ਸੀਗਾ ਜੀ, ਜੀ, ਸੋ ਜੀ। ਇਹਦੇ ਚੋਂ ਜਿਹੜਾ ਰੁਝਾਨ ਸੀਗਾ ਨਾ ਹਾਂਜੀ, ਹਾਂਜੀ। ਉਹ ਰੁਝਾਨ ਇਹ ਹੈਗਾ ਹੀਰੋਇਨ ਦਾ ਤਾਂ 50% ਹੈ ਜੀ। ਤੇ ਅੱਗੇ ਫਾਰਮਾਸਿਊਟੀਕਲ ਦਾ 40% ਹੈ ਜੀ ਜੀ ਹਾਂਜੀ ਤੇ ਅਫੀਮ ਦਾ ਸਭ ਤੋਂ ਘੱਟ ਹੈ। ਅੱਛਾ 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 ਅੱਛਾ। ਇਹ ਸਾਰੇ ਜਿਹੜੇ ਨੇ ਨਾ ਨਸ਼ੇ ਉਹ ਫਿਰ ਘਟਦੇ ਜਾਂਦੇ ਨੇ। ਮੈਂ ਪ੍ਰੋਫੈਸਰ ਰਣਵਿੰਦਰ ਸੰਧੂ ਹੁਣਾਂ ਦਾ ਧੰਨਵਾਦ ਕਰਦਾ ਹਾਂ ਤੇ ਅੱਗੇ ਫਿਰ ਅਸੀਂ ਮਿਲਾਂਗੇ। ਧੰਨਵਾਦ ਜੀ। ਹਾਂਜੀ। ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ।